ये ज़िंदगी बेहद हसीन है, इसे प्यार करो। अगर अभी रात है तो सुबह का इंतज़ार करो। आएगा वो पल भी जिसकी ख्वाहिश है तुम्हें, बस वक्त पर रखो भरोसा और रब का एतबार करो। जब ये इंसिडेंट हुआ मेरे साथ तो मैं सिर्फ 3 साल की थी, तो तब तक मैंने अपनी स्टडी शुरुआत नहीं की थी। तो जब ये इंसिडेंट हुआ उसके बाद काफ़ी टाइम लगा मेरी स्किन सेटल होने में, एंड जब मेरे पेरेंट्स को बिलीव हो गया कि अब आई साइट आने के कोई चांसेस हैं नहीं, तो तब उन्होंने मुझे स्टडीज़ करवाना शुरू किया। कि 3 ਸਾਲ ਦਾ ਮਾਸੂਮ ਬੱਚਾ ਕੋਈ ਐਡਾ ਵੱਡਾ ਗੁਨਾਹ ਨਹੀਂ ਕਰ ਸਕਦਾ ਹੈ। 3 ਸਾਲ ਦਾ ਬੱਚਾ ਤਾਂ ਬੜੀ ਮੁਸ਼ਕਿਲ ਦੇ ਨਾਲ ਸਹੀ ਤਰੀਕੇ ਦੇ ਨਾਲ ਤੁਰਨਾ ਸਿੱਖਦਾ ਤੇ ਉਹਦੇ ਤੇ ਇੰਨੀ ਬੁਰੀ ਤਰ੍ਹਾਂ ਤਜ਼ਾਬ ਨਾਮ ਦੀ ਚੀਜ਼ ਨਾਲ ਰੋਕ ਲਗਾ ਦਿੱਤੀ ਜਾਵੇ। तो जब मैंने होश संभाला उसके बाद तो मैं चलना भी भूल गई थी। इट वॉज लाइक ए पुनर्जन्म, रीबर्थ। ਇੰਨਾ ਹੌਸਲਾ ਕਿੱਥੋਂ आਉਂਦਾ है? जैसा कि मैंने बताया मेरे पेरेंट्स ने मुझे हमेशा से ही सपोर्ट किया, तो आई जस्ट वांट कि मैं इतने एफर्ट्स डालूं कि ऑफ कोर्स पेरेंट्स को कभी भी पे बैक नहीं किया जा सकता, पर जितना मैं अपनी तरफ से कर सकती हूँ उनके लिए वो मैं कर पाऊँ। एंड उसकी सबसे बड़ी चीज़ है कि हम हमेशा पॉजिटिव रहें। ਇੰਨੀ ਜਦੋਜਹਿਦ ਦੇ ਬਾਅਦ ਵੀ ਇੱਕ ਕਾਮਯਾਬੀ ਹਾਸਲ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਸੋ ਕਿਸ ਤਰ੍ਹਾਂ ਦਾ ਤੁਹਾਡਾ ਅਨੁਭਵ ਰਿਹਾ ਤੁਹਾਨੂੰ ਪਤਾ ਲੱਗਿਆ कि मैं 10वीं ਦੇ ਪੇਪਰਾਂ ਵਿੱਚ 95% ਲੈ ਕੇ ਟੌਪ ਕੀਤਾ? एक चीज़ आपको चाहिए होती है कि आपको थोड़ा बूस्ट अप कर सके। आप एफर्ट्स डाल रहे हैं वो अच्छी चीज़ है, पर तब तक आपको थोड़ा सा भी उसका रिज़ल्ट नहीं मिलेगा तो वो आपको अंदर से वो मोटिवेशन नहीं आएगा। तो उसके बाद जो मेरा काफ़ी कॉन्फिडेंस बूस्ट हुआ। ਚੇਂਜ ਮੇਕਰਸ ਦੇਖਣ ਵਾਲੇ ਮੇਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਸਿਡ ਤੇਜ਼ਾਬ ਇਹ ਇੱਕ ਇਹੋ ਜਿਹਾ ਸਬਸਟੈਂਸ ਹੈ ਜਿਹੜਾ ਕਿ ਜ਼ਿਆਦਾਤਰ ਆਪਾਂ ਨੂੰ ਲੈਬਸ ਵਿੱਚ ਮਿਲਦਾ ਹੈ। ਜੇ ਇਹ ਸਹੀ ਹੱਥਾਂ ਵਿੱਚ ਚਲਿਆ ਜਾਵੇ ਤਾਂ ਇਹ ਬੜੇ ਬੜੇ ਚਮਤਕਾਰ ਕਰ ਦਿੰਦਾ ਹੈ, ਪਰ ਇਹੀ ਤੇਜ਼ਾਬ ਜੇ ਕਦੇ ਗਲਤ ਹੱਥ ਵਿੱਚ ਚਲਿਆ ਜਾਵੇ ਤਾਂ ਕਿਸ ਤਰ੍ਹਾਂ ਇੱਕ ਮਾਸੂਮ ਦੀ ਜ਼ਿੰਦਗੀ ਇਹ ਬਰਬਾਦ ਕਰ ਦਿੰਦਾ ਹੈ। ਐਪੀਸੋਡ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਡਾਟਾ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ। 2012 ਵਿੱਚ ਸੁਪਰੀਮ ਕੋਰਟ ਦੀ ਇੱਕ ਗਾਈਡਲਾਈਨ ਆਈ ਸੀ ਕਿ ਐਸਿਡ ਯਾਨੀ ਕਿ ਤੇਜ਼ਾਬ ਕਦੇ ਵੀ ਖੁੱਲ੍ਹੇਆਮ ਨਹੀਂ ਵਿਕੂਗਾ, ਪਰ ਅੱਜ ਆਪਾਂ 21ਵੀਂ ਸਦੀ ਵਿੱਚ ਇਹ ਚੀਜ਼ ਦੇਖ ਰਹੇ ਹਾਂ ਕਿ ਤੇਜ਼ਾਬ ਮਿਲਦਾ ਜਾਂ ਨਹੀਂ ਮਿਲਦਾ। ਸ਼ਾਇਦ ਅੱਜ ਵੀ ਕਈ ਅਜਿਹੇ ਇਲਾਕੇ ਹਨ ਜਿੱਥੇ ਕਿ ਇਹ ਤੇਜ਼ਾਬ 20-25 ਰੁਪਏ 'ਚ ਬੜੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਜੇ ਮੈਂ ਲੇਟੈਸਟ ਸਟੱਡੀ ਬਾਰੇ ਗੱਲ ਕਰਾਂ ਨੈਸ਼ਨਲ ਕ੍ਰਾਈਮ ਬਿਊਰੋ ਵੱਲੋਂ ਕਿ ਭਾਰਤ ਵਿੱਚ ਹਰ ਸਾਲ 15,000 ਤੋਂ ਜ਼ਿਆਦਾ ਔਰਤਾਂ ਨੇ ਜਿਨ੍ਹਾਂ ਉੱਪਰ ਤੇਜ਼ਾਬ ਪਾਇਆ ਜਾਂਦਾ ਹੈ, ਅਤੇ ਸਿਰਫ 7,000 ਕੇਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਐਕਚੁਅਲ ਵਿੱਚ ਰਿਪੋਰਟ ਕੀਤਾ ਜਾਂਦਾ ਹੈ। ਜਦੋਂ ਕੋਈ ਵੀ ਇਨਸਾਨ ਜਾਂ ਇਨਸਾਨ ਨਹੀਂ, ਸ਼ਾਇਦ ਆਪਾਂ ਨੂੰ ਅਪਰਾਧੀ ਹੀ ਕਵਾਂਗੇ, ਕਿਸੇ ਉੱਪਰ ਤੇਜ਼ਾਬ ਪਾਉਂਦਾ ਹੈ ਤਾਂ ਉਹ ਉਸਨੂੰ ਮਾਰਨ ਲਈ ਨਹੀਂ ਪਾਉਂਦਾ, ਉਹ ਉਹਨੂੰ ਇਹੋ ਜਿਹੀ ਜ਼ਿੰਦਗੀ ਦੇਣਾ ਚਾਹੁੰਦਾ ਹੈ ਜੋ ਕਿ ਮੌਤ ਤੋਂ ਵੀ ਜ਼ਿਆਦਾ ਬਦਤਰ ਹੁੰਦੀ ਹੈ। ਭਾਰਤ ਵਿੱਚ ਵੈਸਟ ਬੰਗਾਲ ਵਿੱਚ ਸਭ ਤੋਂ ਜ਼ਿਆਦਾ ਤੇਜ਼ਾਬ ਦੇ ਐਸਿਡ ਵਿਕਟਮ ਪਾਏ ਗਏ ਹਨ। ਸਾਡਾ ਇਹ ਐਪੀਸੋਡ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਤੁਹਾਨੂੰ ਤੇਜ਼ਾਬ ਬਾਰੇ ਜਾਣਕਾਰੀ ਦੇ ਸਕੀਏ, ਇੱਕ ਜਾਗਰੂਕਤਾ ਤੁਹਾਡੇ ਵਿੱਚ ਪੈਦਾ ਕਰ ਸਕੀਏ ਕਿ ਕਿਵੇਂ ਇਹ ਛੋਟੇ ਜਿਹੇ ਪਦਾਰਥ ਦਾ ਸਹੀ ਹੱਥਾਂ ਵਿੱਚ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਮੇਰੇ ਵਿੱਚ ਸਟੂਡੀਓ ਵਿੱਚ ਕਾਫੀ ਨਾਮ ਦੀ ਇੱਕ ਬੱਚੀ ਹੈ ਜਿਸ ਦੇ ਬਚਪਨ ਵਿੱਚ ਹੀ 3 ਸਾਲ ਦੀ ਉਮਰ ਵਿੱਚ ਹੀ ਜਿਸ ਉੱਪਰ ਇਹ ਤੇਜ਼ਾਬ ਪਾਇਆ ਗਿਆ ਸੀ, ਕਿਵੇਂ ਉਹਨੇ ਜ਼ਿੰਦਗੀ ਦੀਆਂ ਔਕੜਾਂ ਨੂੰ ਕੱਢਿਆ ਤੇ ਕਿਸ ਤਰ੍ਹਾਂ ਉਹਨੇ 10ਵੀਂ ਦੇ ਇਮਤਿਹਾਨਾਂ ਵਿੱਚ ਟੌਪ ਕਰਕੇ ਨਾ ਕੇਵਲ ਆਪਣੇ ਮਾਂ-ਬਾਪ ਦਾ ਬਲਕਿ ਇੱਕ ਸਟੇਟ ਦਾ ਨਾਮ ਪੂਰੀ ਤਰ੍ਹਾਂ ਰੌਸ਼ਨ ਕੀਤਾ। ਕਾਫੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੇਟੇ ਸਟੂਡੀਓ ਵਿੱਚ। थैंक यू सो मच मैम, और सभी देखने वालों को मेरा प्यार भरा नमस्कार। ਆਪਣੇ ਬਚਪਨ ਬਾਰੇ ਮੈਨੂੰ ਤੁਸੀਂ ਕੁਝ ਦੱਸੋ, ਤੁਹਾਡਾ ਪਿਛੋਕੜ ਕੀ ਹੈ, ਕਿੱਥੋਂ ਤੁਸੀਂ ਆਉਂਦੇ ਹੋ ਤੇ ਜਿਹੜੀ ਪੜ੍ਹਾਈ ਹੈ ਮੁੱਢਲੀ ਪੜ੍ਹਾਈ ਹੈ ਤੁਸੀਂ ਕਿਸ ਤਰ੍ਹਾਂ ਕੀਤੀ? बेसिकली मैम आई बिलोंग टू हिसार हरियाणा, और जब ये इंसिडेंट हुआ मेरे साथ तो मैं सिर्फ 3 साल की थी।
तो तब तक मैंने अपनी स्टडी शुरुआत नहीं की थी। तो जब ये इंसिडेंट हुआ उसके बाद काफ़ी टाइम लगा मेरी स्किन सेटल होने में, एंड जब मेरे पेरेंट्स को बिलीव हो गया कि अब आई साइट आने के कोई चांसेस है नहीं, तो तब उन्होंने मुझे स्टडीज़ करवाना शुरू किया। व्हेन आई वाज 8 सो आई स्टार्टेड टू गो टू स्कूल, एंड मैंने एडमिशन लिया हिसार ब्लाइंड स्कूल में, जहाँ मैंने सेकंड क्लास तक स्टडीज़ की। वहाँ फिर हमने नोटिस किया कि उतनी वहाँ पे अपॉर्चुनिटीज़ नहीं थी, तो हमने यहाँ चंडीगढ़ में स्कूल विज़िट किया जो कि बहुत अच्छा था। जो हमने यहाँ पे केस अप्लाई कर रखा था, तो यहाँ उसकी भी डेट्स लगती रहती थी, तो हमने सोचा कि काम एक साथ चलता रहेगा। तो फिर जहाँ यहाँ पे हमारा टेस्ट हुआ मेरा, तो यहाँ पे मुझे 6th में एडमिशन मिल गया। तो तब से बिफोर 2018 आई एम स्टडिंग हेयर। ਓਕੇ, ਕਾਫੀ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੂੰਗੀ। ਤੁਸੀਂ 3 ਸਾਲ ਦੇ ਸੀ ਜਦੋਂ ਤੇਜ਼ਾਬ ਤੁਹਾਡੇ ਉੱਪਰ ਪਾਇਆ ਗਿਆ, ਤੁਹਾਨੂੰ ਕੁਝ ਯਾਦ ਹੈ? ਮਤਲਬ ਤੁਸੀਂ ਐਗਜ਼ੈਕਟ ਥੋੜਾ ਬਹੁਤ ਜੇ ਤੁਹਾਨੂੰ ਕੁਝ ਯਾਦ ਹੈ ਵੀ ਕੀ ਹੋ ਗਿਆ ਸੀ ਇਸ ਤਰ੍ਹਾਂ ਦਾ, ਜਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਇਹ ਚੀਜ਼ ਲੱਗਦੀ ਹੋ ਕਿ 3 ਸਾਲ ਦਾ ਮਾਸੂਮ ਬੱਚਾ ਕੋਈ ਐਡਾ ਵੱਡਾ ਗੁਨਾਹ ਨਹੀਂ ਕਰ ਸਕਦਾ ਕਿ ਉਹਨੂੰ ਸਾਰਾ ਹੀ ਤੇਜ਼ਾਬ ਦੇ ਨਾਲ ਭਰ ਦਿੱਤਾ ਜਾਵੇ, ਤੇ ਜੋ ਉਹਦੀ ਆਉਣ ਵਾਲੀ ਜ਼ਿੰਦਗੀ ਹੈ, ਸ਼ਾਇਦ 3 ਸਾਲ ਦਾ ਬੱਚਾ ਤਾਂ ਬੜੀ ਮੁਸ਼ਕਿਲ ਦੇ ਨਾਲ ਸਹੀ ਤਰੀਕੇ ਦੇ ਨਾਲ ਤੁਰਨਾ ਸਿੱਖਦਾ ਤੇ ਉਹਦੇ ਤੇ ਇੰਨੀ ਬੁਰੀ ਤਰ੍ਹਾਂ ਤੇਜ਼ਾਬ ਨਾਮ ਦੀ ਚੀਜ਼ ਨਾਲ ਰੋਕ ਲਗਾ ਦਿੱਤੀ ਜਾਵੇ। ਤੁਹਾਨੂੰ ਥੋੜਾ ਬਹੁਤ ਯਾਦ ਹੈ ਬੇਟੇ, ਮਤਲਬ ਜਦੋਂ ਤੁਸੀਂ 3 ਸਾਲ ਦੇ ਸੀ ਤੁਹਾਡੇ ਉੱਪਰ ਤੇਜ਼ਾਬ ਪਾਇਆ ਗਿਆ, ਕੁਝ याद है ਤੁਹਾਨੂੰ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ, ਜਾਂ ਕਿਵੇਂ ਹਾਦਸਾ ਵਾਪਰਿਆ? नहीं मैम, इसके बारे में मुझे कोई कुछ भी याद नहीं है। जो भी बताया, जो मैं आपके साथ अभी शेयर करूँगी, तो वो मेरे पेरेंट्स ने ही मुझे बताया है। तो जब मैं, जैसे बताया, मैं 3 साल की थी और हम अपने विलेज में रहते थे। वहाँ पे उस दिन हिसार? हाँ जी। ओके, ठीक है। तो वहाँ पे होली का फेस्टिवल था, तो हम सभी जो है वहाँ पे एंजॉय कर रहे थे, और मैं अपने अंकल की लैब में बैठी थी। मेरे पापा भी वहाँ पे साइड में ही बैठे हुए थे। जैसे हमारे विलेजेस में चबूतरे जैसे बोलते हैं, जहाँ पे सभी लोग एंजॉय करते हैं, तो वो लोग एकदम से आए। 2-3 लोग थे, वो हमारे नेबर्स थे एक्चुअली, और हमारा उनके साथ कोई भी मनमुटाव ऐसा पहले से नहीं था कि जिसके कारण उन्हें ऐसा करना पड़े। तो वो ग्लास ही में कुछ लेकर आए और हमें ऐसा लगा कि वो कलर डाल देंगे ज़ाहिर तौर पर उस दिन। ਅੱਛਾ, ਤੁਹਾਨੂੰ ਇਸ ਤਰ੍ਹਾਂ ਲੱਗਿਆ ਵੀ ਉਹ ਕੋਈ ਰੰਗ ਹੈ ਹੋਲੀ ਕਰਕੇ ਜਿਹੜਾ ਤੁਹਾਡੇ ਉੱਪਰ ਪਾਣਾ ਚਾਹੁੰਦੇ ਆ? हाँ जी। ਅੱਛਾ। तो जैसे ही वो हमारे करीब आए, तो उन्होंने, जो मेरे अंकल थे, उनके हाथों को पकड़ लिया ताकि वो मुझे बचा ना सके, और उन्होंने मुझ पे और उन पे भी एसिड कुछ इम्पैक्ट आया, तो एसिड डाल दिया। तो आपके अंकल पे जो आपको बचाने के लिए आ रहे थे? हम एक्चुअली बैठे हुए थे, तो हम दोनों पे इम्पैक्ट हुआ। उन्होंने क्योंकि अपना फेस जो है ऊपर को कर लिया, तो उनकी आइज़ इम्पैक्ट नहीं हुई, बट मेरी आइज़ भी उसकी वजह से इफ़ेक्ट हुई, एंड मेरी विज़न जो है चली गई, और पूरा जो फेस है बर्न हो गया। उस दिन होली थी, तो हमने हिसार, मेरे पेरेंट्स ने वहाँ ट्राई किया कि मुझे एडमिट कर लिया जाए, वहाँ भी नहीं मेरा एडमिशन हुआ हॉस्पिटल में। उसके बाद ट्राई किया कि दिल्ली एम्स में सीधा जाना पड़ा, एंड वहाँ पे मैं एडमिट हुई, एंड फॉर 3 इयर्स वहाँ पे जो है मेरा ट्रीटमेंट चलता रहा। ਤੁਸੀਂ 3 ਸਾਲ ਦਿੱਲੀ ਏਮਜ਼ ਵਿੱਚ ਦਾਖਲ ਰਹੇ। ਤੁਹਾਨੂੰ ਮਤਲਬ ਤੁਸੀਂ ਥੋੜੇ ਬਹੁਤੇ ਤੁਹਾਨੂੰ ਕੌਨਸ਼ੀਅਸ ਸੀਗੇ, ਯਾਨੀ ਤੁਹਾਨੂੰ ਪਤਾ ਲੱਗ ਰਿਹਾ ਸੀ ਮੈਂ ਹਸਪਤਾਲ ਵਿੱਚ ਹਾਂ, ਕਿ ਬਿਲਕੁਲ ਹੀ ਤੁਸੀਂ ਅਨਕੌਨਸ਼ੀਅਸ? ਤੁਹਾਨੂੰ 3 ਸਾਲ ਬਿਲਕੁਲ ਵੀ ਨਹੀਂ ਪਤਾ ਲੱਗਿਆ ਕਿ ਤੁਸੀਂ ਹਸਪਤਾਲ ਦੇ ਬੈੱਡ ਉੱਪਰ ਪਏ ਹੋ? For 6 months I was totally unconscious. ओके। बट उसके बाद मैं कॉन्शियसनेस मेरी आ गई थी हौली हौली। हाँ जी। तो जब मतलब मैंने होश संभाला, उसके बाद तो मैं चलना भी भूल गई थी। इट वाज लाइक a पुनर्जन्म, रीबर्थ। एंड तो वहाँ पे मेरे स्किन सेटल होने में और मेरे आँखों के बहुत सारे ऑपरेशन हुए, बट इवेंचुअली मेरी विज़न नहीं आई। तो वहाँ पे साथ के साथ स्किन का भी ट्रीटमेंट चलता रहा, बट अभी मुझे कुछ याद नहीं है उसके बारे में। ਅੱਛਾ, ਤੁਸੀਂ ਮਤਲਬ ਉੱਥੇ ਤੁਹਾਡਾ 3 ਸਾਲ ਏਮਸ ਵਿੱਚ ਟ੍ਰੀਟਮੈਂਟ ਚੱਲਿਆ, ਉਸ ਤੋਂ ਬਾਅਦ ਤੁਸੀਂ ਘਰ ਆ ਗਏ ਸੀ ਕਿ ਉਸ ਤੋਂ ਬਾਅਦ ਵੀ ਤੁਸੀਂ ਕਿਤੇ ਹੋਰ ਕੋਈ ਇਲਾਜ ਇਹਦਾ ਕਰਵਾਇਆ, ਜਾਂ ਕੁਝ ਹੋਰ ਤੁਹਾਡੀ ਵੀ ਸਕਿਨ ਹੋਰ ਸੈਟਲ ਹੋ ਜੇ, ਜਾਂ ਥੋੜਾ ਬਹੁਤਾ ਤੁਹਾਨੂੰ ਕੁਝ ਦਿਖਣਾ ਸ਼ੁਰੂ ਹੋ ਜੇ, ਕਿ ਸਿਰਫ ਏਮਸ ਵਿੱਚ ਹੀ ਤੁਸੀਂ ਆਪਣਾ ਇਲਾਜ ਕਰਵਾਇਆ? जब हम घर आए तो व्हेन आई वाज 6 years old, एंड उसके बाद हमें पता लगा LV प्रसाद हैदराबाद में जो हॉस्पिटल है, तो वो बड़ा अच्छा, मतलब वहाँ पे आई सर्जन थे,
डॉक्टर सांगवान। तो वहाँ मेरे पेरेंट्स मुझे लेके गए एंड वहाँ पे मेरा एक आई बोल ट्रांसप्लांट किया गया मेरी आई में। और उन्होंने गारंटी दी कि आपको जो है विज़न आपकी आ जाएगी, लेकिन इवेंचुअली मेरी विज़न नहीं आई और वो अमेरिका से वो आई बोल लाई गई थी और उसके लिए 3 लाख हमसे लिए। अच्छा, जब हम खर्चा ਉਹਦਾ सारा। हाँ जी, अच्छा, तो तब हमने उन्हें बताया कि इसका कोई इफ़ेक्ट नहीं है, सो उन्होंने कुछ भी मतलब इस पे अपना रिएक्शन नहीं दिया। एंड वी ट्राइड कि हम पैसे वापस लें। हमने 2-3 मंथ्स बाद वो आई बोल जो है मेरी आई से खुद ही निकल गई और जब अच्छा। चेक करवाया तो पता लगा कि वो कुछ पार्ट था जो उसका नकली था। ਚੇਨਈ ਵਾਲੇ ਹਸਪਤਾਲ ਵਿੱਚ ਜਦੋਂ ਤੁਸੀਂ ਮਤਲਬ ਗਏ ਉੱਥੇ? हैदराबाद। हैदराबाद, सॉरी। हाँ जी। तो आई वॉज रियली सरप्राइज व्हेन आई हर्ड इट कि इतने बड़े सर्जन थे वो एंड उन्होंने हमारे साथ डिसीव किया। बट जब पेरेंट्स को बिलीव हुआ कि विजन नहीं आएगी, सो दे स्टार्टेड टू स्टडी में। ਅੱਛਾ, ਤੇ ਉਸ ਤੋਂ ਬਾਅਦ ਤੁਸੀਂ ਫਿਰ ਹੋਰ ਕਿਤੇ ਸਿਰਫ ਏਮਸ ਤੋਂ ਬਾਅਦ ਤੁਸੀਂ ਉੱਥੇ ਹੈਦਰਾਬਾਦ ਗਏ ਤੇ ਹੋਰ ਕੋਈ ਸਰਜਰੀ ਵੀ ਤੁਸੀਂ ਜਾਂ ਕਿਤੇ ਹੋਰ ਹਸਪਤਾਲ ਵਿੱਚ ਵੀ ਤੁਸੀਂ ਗਏ ਕਿ ਤੁਸੀਂ ਥੋੜਾ ਬਹੁਤਾ ਤੁਹਾਡਾ ਕੋਈ ਵਿਜ਼ਨ ਆ ਜਾਏ ਜਾਂ ਤੁਹਾਡੀ ਵੱਡੀ ਸਕਿਨ ਦਾ ਕੋਈ सेटलमेंट हो जाए भी तुसी थोड़ा बहुत आम जिंदगी जियो सको? व्हेन आई लिव्ड इन हिसार तो जो है मेरे 2-3 ऑपरेशन हुए। एक्चुअली क्या होता था, जैसे मेरी नेक ग्रोन अप होती थी तो जो वेन थी वो एक तरह से मतलब मैं नेक हिला नहीं पाती थी, तो वो वेन को काटना पड़ता था और उसकी सर्जरी करनी पड़ती थी। तो 2-3 साल ऐसा ही चलता रहा, तब तक मेरी नेक ग्रोन अप होती रही। हाँ, तुसी वध रहे सी जिवें ਆਪਾਂ ਉਮਰ ਵਿੱਚ ਵੀ। हाँ हाँ जी, जी। बोलो बेटे। हाँ बोलो। तो वहाँ पे ही फिर मेरे 2-3 ऑपरेशन हुए थे। तो उसके बाद फिर हमने सोचा कि स्किन का 18 ईयर्स के बाद ही देखेंगे, ताकि तब तक मतलब ग्रोन अप हो जाएं सारे पार्ट्स और उसके बाद मैं ट्राई करूँगी कि मैं सर्जरी करा पाऊँ। हाँ, आइज़ के लिए अभी हमने जो मेरा 10th का रिज़ल्ट आया तो हमने चेन्नई के लिए ट्राई किया पहले, लेकिन हमारे पास उतने रिसोर्सेज नहीं थे कि हम वहाँ जा पाएँ और मेरी स्टडीज़ भी शुरू हो गई थी। बट अभी हमें अडानी फाउंडेशन ने स्पॉन्सर किया था पिछले साल ही, सो आई एम वेरी ग्रेटफुल टू देम एज वेल। तो वहाँ पे हम गए तो उन्होंने बताया कि अब मेरी जो ऑप्टिक नर्व्स होती है वो इम्पेक्ट हो चुकी है, क्योंकि अभी काफ़ी टाइम हो चुका है उस इंसिडेंट को। सो अभी उसका पूरे वर्ल्ड में कोई ट्रीटमेंट नहीं है, तो अभी विज़न का कुछ नहीं हो पाएगा। यानी तुसी हुन बिल्कुल नहीं देख सकते? विजन ਤੁਹਾਡਾ 1% ਵੀ ਵਾਪਸ ਨਹੀਂ ਆਇਆ? नो मैम। ਅੱਛਾ, ਤੇ ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਹਿਸਾਰ ਵਿੱਚ ਸੀ ਫਿਰ ਉਸ ਤੋਂ ਬਾਅਦ ਤੁਸੀਂ ਅਗਲੀ ਪੜ੍ਹਾਈ ਲਈ ਆਪਣੀ ਇੱਥੇ ਚੰਡੀਗੜ੍ਹ ਵਿੱਚ ਆ ਗਏ ਬਲਾਈਂਡ ਸਕੂਲ ਵਿੱਚ ਸੈਕਟਰ 26 ਵਿੱਚ। ਇੱਥੇ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਬੜੀ ਆਸਾਨੀ ਨਾਲ ਤੁਹਾਨੂੰ ਇੱਥੇ ਦਾਖਲਾ ਵੀ ਮਿਲ ਗਿਆ? क्योंकि मैम जो हाई कोर्ट के जज थे उन्होंने हमारी हेल्प की और यहाँ पे कॉल कर दिया था स्कूल में पहले ही, तो मेरा एडमिशन बहुत इजीली हो गया। आई एम ग्रेटफुल टू देम। एंड उसके बाद यहाँ पे क्योंकि जो और बच्चे होते हैं वो बाय बर्थ ब्लाइंड होते हैं, तो फेस का इतना इशू नहीं रहता, तो वो थोड़ी प्रॉब्लम थी। बट आई एम वेरी लकी, मेरे जो टीचर्स है सभी ने बहुत अच्छे से कोऑपरेट किया और मेरे फ्रेंड्स हैं तो कभी उस चीज़ के लिए मतलब मुझे कुछ प्रॉब्लम फेस नहीं करनी पड़ती। सो आई एम वेरी थैंकफुल टू देम। ਤੇ ਪਰਿਵਾਰ ਵਿੱਚ ਕੌਣ-ਕੌਣ ਹੈ ਕਾਫੀ ਤੁਹਾਡੇ? मेरे पेरेंट्स हैं एंड आई हैव अ यंगर ब्रदर। ਅੱਛਾ, ਫਾਦਰ ਕੀ ਕੰਮ ਕਰਦੇ ਆ ਤੁਹਾਡੇ? वो पियोन है मिनी सेक्रेट कॉन्ट्रैक्ट बेस पे। ਅੱਛਾ, ਤੇ ਪਰਿਵਾਰ ਦਾ ਫਿਰ ਪੂਰਾ ਤੁਹਾਨੂੰ ਸਪੋਰਟ ਵੀ ਰਿਹਾ ਹੋਊਗਾ, ਮਤਲਬ ਜਿਵੇਂ ਡੇਲੀ ਟੂ ਡੇਲੀ ਆਪਾਂ ਐਕਟੀਵਿਟੀਜ਼ ਕਰਦੇ ਆ, ਜਿਵੇਂ ਤਿਆਰ ਹੋਣਾ, ਸਕੂਲ ਆਉਣਾ, ਮਤਲਬ ਇਹ ਸਾਰਾ ਫਿਰ ਪੂਰਾ ਮਤਲਬ ਫੈਮਿਲੀ ਸਪੋਰਟ ਸੀ ਇਹਨਾਂ ਨਿੱਕੇ ਕੰਮ ਕਰਨ ਵਿੱਚ ਜਾਂ ਇਸ ਤਰ੍ਹਾਂ? जी बिल्कुल, माई मदर हेल्प्स मी अलॉट। अभी अच्छा। तक वो मेरी हेल्प करते हैं। अभी इतना इशू तो नहीं रहता, बट जैसे कि अभी मैंने वो चीज़ें करना शुरू नहीं की कि अपने क्लोथ्स खुद फोल्ड करना एंड ऑल, बट आई विच आर डेली एक्टिविटीज़, सो आई डू इट माई सेल्फ। ਕਾਫੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੂੰਗੀ। ਮੈਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਇੰਨਾ ਹੌਸਲਾ ਕਿੱਥੋਂ ਆਉਂਦਾ ਹੈ? जैसा कि मैंने बताया मेरे पेरेंट्स ने मुझे हमेशा से ही सपोर्ट किया, तो आई जस्ट वांट कि मैं इतने एफर्ट्स डालूं कि ऑफ कोर्स पेरेंट्स को कभी भी पे बैक नहीं किया जा सकता, पर जितना मैं अपनी तरफ से कर सकती हूँ उनके लिए वो मैं कर पाऊँ। एंड उसकी सबसे बड़ी चीज़ है कि हम हमेशा पॉजिटिव रहें। अगर हमें स्टडीज़ कुछ भी अच्छा करना है अपनी लाइफ में, तो अपने आसपास के लोगों तक इतनी पॉजिटिविटी फैलाएं
और हमेशा पॉजिटिव रहें ताकि अपनी लाइफ में जो सक्सेस हासिल कर सकें। सो मैं ਤੁਹਾਡੀ ਅਚੀਵਮੈਂਟਸ ਬਾਰੇ ਗੱਲ ਕਰੂੰਗੀ ਤਾਂ ਤੁਸੀਂ ਲਾਸਟ ਟੂ ਲਾਸਟ ਈਅਰ 10th ਵਿੱਚ ਟੌਪ ਕੀਤਾ ਹੈ। Yes, ma'am. In 2023, I got 95.2%. ਸੋ ਹਾਊ ਵਾਸ ਦੈਟ ਫੀਲਿੰਗ ਮਤਲਬ ਟੌਪ ਕਰਨਾ ਇਜ਼ ਇੰਨੇ ਚੈਲੰਜਸ ਦੇ ਬਾਵਜੂਦ ਵੀ ਤੁਸੀਂ ਟੌਪ ਕੀਤਾ ਸੋ ਹਾਊ ਆਰ ਯੂ ਫੀਲ ਓਬਵੀਅਸਲੀ ਯੂ ਮਸਟ ਬੀ ਵੈਰੀ ਹੈਪੀ ਬਟ ਆਈ ਰੀਅਲੀ ਵਾਂਟ ਕਿ ਤੁਸੀਂ ਉਸ ਚੀਜ਼ ਨੂੰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ ਉਸ ਭਾਵਨਾ ਨੂੰ ਕਿਉਂਕਿ ਇੰਨੀ ਜਦੋਜਹਿਦ ਦੇ ਬਾਅਦ ਵੀ ਇੱਕ ਕਾਮਯਾਬੀ ਹਾਸਲ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਸੋ ਕਿਸ ਤਰ੍ਹਾਂ ਦਾ ਤੁਹਾਡਾ ਅਨੁਭਵ ਰਿਹਾ ਵੈਨ ਯੂ ਤੁਹਾਨੂੰ ਪਤਾ ਲੱਗਿਆ ਕਿ ਮੈਂ 10ਵੀਂ ਦੇ ਪੇਪਰਾਂ ਵਿੱਚ 95% ਲੈ ਕੇ ਟੌਪ ਕੀਤਾ। बिल्कुल मैम, थैंक यू सो मच कि मेरी चीज़ शेयर कर पा रही हूँ। इट्स रियली प्लेजर एंड या इट वाज जस्ट अमेजिंग। उसके बाद जितना मुझे कॉन्फिडेंस मिला है, एक चीज़ आपको चाहिए होती है कि आपको थोड़ा बूस्ट अप कर सके। आप एफर्ट्स डाल रहे हैं वो अच्छी चीज़ है, बट तब तक आपको थोड़ा सा भी उसका रिजल्ट नहीं मिलेगा तो वो आपको अंदर से वो मोटिवेशन नहीं आएगा। तो उसके बाद जो मेरा काफ़ी कॉन्फिडेंस बूस्ट हुआ कि मतलब मैं बात करने में पहले मुझे बहुत ज़्यादा हेजिटेशन होती थी, तो एंड मेरे पेरेंट्स बहुत खुश थे कि फाइनली जो भी हमने एफ़र्ट्स डाले उन्होंने एफ़र्ट्स डाले, कुछ उसका रिज़ल्ट मिला। तो काफ़ी सारे लोगों ने उसके बाद फाइनेंशियली हेल्प की एंड काफ़ी सारी चीज़ें और हुई। सो आई होप आई विल बी एबल टू कंटिन्यू दिस। ਨਹੀਂ ਯੂ ਵਿਲ ਡੈਫੀਨੇਟਲੀ ਪੜ੍ਹਾਈ ਤੋਂ ਇਲਾਵਾ ਹੋਰ ਤੁਸੀਂ ਕਿਹੜੇ ਸ਼ੌਂਕ ਰੱਖਦੇ ਹੋ ਕਾਫੀ। आई एम अ बिग क्रिकेट एंथुजियास्ट। मुझे क्रिकेट देखना बहुत पसंद है। ਕਿਹੜਾ ਕ੍ਰਿਕਟਰ ਜ਼ਿਆਦਾ ਪਸੰਦ ਆ ਤੁਹਾਨੂੰ। विराट कोहली। जिस तरह की उनकी कंसिस्टेंसी है, हालांकि मुझे उस फील्ड में कभी नहीं जाना, बट ही इज़ माय रोल मॉडल। जिस तरह से उन्होंने हर जगह कम बैक किया, वो भी हमारी तरह मिडिल क्लास फैमिली से थे एंड आज उनको देश का हर बच्चा जानता है। तो मैं उनकी तरह उन्होंने कंसिस्टेंसी फॉलो की, तो उनकी तरह हमेशा मतलब ऐसा एंथुजियास्ट अपने अंदर डेवलप कर पाऊँ। नहीं बट मुझे तो लग रहा दैट यू आर वेरी इंथुजियास्टिक। जैसे मैं आपसे बात कर रही हूँ आपकी बॉडी लैंग्वेज जो है यू आर वेरी इंथुजियास्टिक। इनफैक्ट मुझे लगता है कि आपसे हमें एनर्जी मिल रही है कि ਅਸੀਂ ਜ਼ਿਆਦਾ ਮੋਟੀਵੇਟ ਹੋ ਸਕੀਏ ਤੁਹਾਨੂੰ ਦੇਖ ਕੇ। ਸੋ ਤੁਸੀਂ ਸਾਡੇ ਲਈ ਜ਼ਿਆਦਾ ਇੱਕ ਜਿਵੇਂ ਕਹਿੰਦੇ ਹੁੰਦੇ ਕਿ ਮੋਟੀਵੇਸ਼ਨ ਦਾ ਇੱਕ ਸਰੋਤ ਬਣ ਰਹੇ ਹੋ, ਅਸੀਂ ਤੁਹਾਡੇ ਤੋਂ ਜ਼ਿਆਦਾ ਪ੍ਰੇਰਨਾ ਲੈ ਰਹੇ ਹਾਂ। ਸੋ ਅੱਛਾ ਕੈਫੀ, ਹੋਰ ਤੁਹਾਡੇ ਕਿਹੜੇ ਸ਼ੌਂਕ ਹੈ ਕ੍ਰਿਕਟ ਤੋਂ ਇਲਾਵਾ? ਕੁਝ म्यूज़िक वगैरह सुनने का या कुछ और होवे? जी बिल्कुल, कहते हैं कि म्यूज़िक से बड़ा कुछ ऐसा टूल नहीं हो सकता जो आपको रिलैक्स कर दे। तो कभी जो मुझे बहुत ज़्यादा खुशी होती है तो उसको एक्सप्रेस करने के लिए भी मैं म्यूज़िक सुनती हूँ, ताकि थोड़ा सा मतलब और ज़्यादा खुशी फील हो। और कभी थोड़ा सा डाउन ऑब्वियसली कभी कभी फील होता है, तो उसके लिए भी मुझे म्यूज़िक सुनना बहुत पसंद है। और उससे जो वेव्स हमारे अंदर आती हैं तो इट्स जस्ट अमेजिंग, वो हमारा मूड एकदम चेंज कर देती है। एंड मुझे म्यूज़िक सुनना बहुत पसंद है इसके अलावा। तो काफ़ी जिवें ਇੰਨੇ ਸਾਲ ਹੋ ਗਏ ਇਸ ਹਾਦਸੇ ਨੂੰ, ਤੁਸੀਂ 3 ਸਾਲ ਦੇ ਸੀ, ਅੱਜ ਸ਼ਾਇਦ ਤੁਹਾਡੀ ਉਮਰ 18-19 ਸਾਲ ਹੋਊਗੀ। 16 ਸਾਲ। ਤਾਂ ਇੰਨੇ ਸਾਲ ਹੋ ਗਏ ਇਸ ਹਾਦਸੇ ਨੂੰ, ਤੁਸੀਂ ਕਿ ਇੰਨੇ ਸਾਲਾਂ ਬਾਅਦ ਵੀ ਮੈਨੂੰ ਲੱਗਦਾ ਹੈ ਕਿ ਉਹ ਜ਼ਖਮ ਨੇ ਜਿਹੜੇ ਉਹ ਕਦੇ ਵੀ ਇਨਸਾਨ ਦੇ ਹਰੇ ਨਹੀਂ ਹੋ ਸਕਦੇ, ਕਿਉਂਕਿ ਹਰ ਰੋਜ਼ ਉਸੇ ਚੀਜ਼ ਦੇ ਨਾਲ ਸੁਬਾਹ ਉੱਠਣਾ, ਉਸੇ ਚੀਜ਼ ਦੇ ਨਾਲ ਜਿਉਣਾ, ਉਸੇ ਚੀਜ਼ ਨਾਲ ਆਪਾਂ ਸਮਾਜ ਵਿੱਚ ਵਿਚਰਦੇ ਹਾਂ। ਤੁਸੀਂ ਕੋਈ ਜਿਹੜੇ ਲੋਕਾਂ ਨੇ ਇਹ ਘਿਨਾਉਣਾ ਕੰਮ ਕੀਤਾ, ਮੈਨੂੰ ਲੱਗਦਾ ਸ਼ਾਇਦ ਉਹ ਇਨਸਾਨ ਹੋ ਹੀ ਨਹੀਂ ਸਕਦੇ, ਕਿਉਂਕਿ ਇੱਕ 3 ਸਾਲ ਦਾ ਮਾਸੂਮ ਬੱਚਾ ਜਿਹਨੂੰ ਦੁਨੀਆ ਬਾਰੇ ਹੀ ਨਹੀਂ ਪਤਾ, ਜਿਹਨੂੰ ਇਹੀ ਨਹੀਂ ਪਤਾ ਕਿ ਸਮਾਜ ਕੀ ਹੁੰਦਾ ਹੈ, ਜਿਹਨੇ ਹਜੇ ਜ਼ਿੰਦਗੀ ਨੂੰ ਜਿਉਣਾ ਸੀ, ਉਹਦੇ ਉੱਪਰ ਆਪਾਂ ਇੰਨੀ ਬੁਰੀ ਤਰ੍ਹਾਂ ਤੇਜ਼ਾਬ ਦਾ ਹਮਲਾ, ਮਤਲਬ ਇਹ ਉਹਦੇ ਸਰੀਰ ਉੱਪਰ ਹਮਲਾ ਨਹੀਂ, ਉਹਦੀ ਸੋਚ ਉੱਪਰ, ਉਹਦੇ ਆਤਮ ਵਿਸ਼ਵਾਸ ਉੱਪਰ ਹਮਲਾ ਕਰ ਦੇਣਾ। ਅੱਜ ਉਹ ਲੋਕਾਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ, ਮਤਲਬ ਜਿਨ੍ਹਾਂ ਲੋਕਾਂ ਨੇ ਇਕਲੌਣਾ ਕੰਮ ਤੁਹਾਡੇ ਨਾਲ ਕੀਤਾ? बिल्कुल मैम, इससे जो बुरी चीज़ थी मेरे लिए कुछ हो नहीं सकती थी। इट इज़ अ लाइफ टाइम थिंग जो मैं अपने साथ कैरी करूँगी हमेशा। बट जस्ट आई वांट टू से दैट कि मतलब थैंक यू सो मच फॉर दैट कि आज मैं यहाँ हूँ, आपसे बात कर रही हूँ, और जो मेरे में इंथुजियास्ट आया वो सारी उस इंसिडेंट की वजह से। बट ऑब्वियसली इट्स नॉट गुड एट ऑल जो भी ऐसा करते हैं।
हमेशा ये चीज़ होती है कि उनकी मेंटल हेल्थ में कुछ ना कुछ परेशानी होती है, तो उनकी सोच जो है उससे ज़्यादा कुछ बुरा हो नहीं सकता। एंड मैं तो बस यही चाहती हूँ कि जो हमारा कानून है उस पे, मतलब मैं सरप्राइज़ होती हूँ कि मैं उसकी साक्षात सबूत हूँ कि मेरे साथ क्या हुआ, एंड जो मेरा केस है वो फिर भी पेंडिंग में डाल दिया गया। तो इतना हमारा कानून इतना लचीला है, बस वो पता नहीं अब हर किसी को भी यहाँ पे जस्टिस नहीं मिलता। इतने छोटे छोटे केसेस के लिए न जाने कितने कितने साल लोग भटकते रहते हैं। ਤਾਂ ਤੁਸੀਂ ਜਦੋਂ ਇਹ ਕੇਸ ਕਾਫੀ ਤੁਸੀਂ ਦੱਸਿਆ ਕਿ ਤੁਹਾਡਾ ਕੇਸ ਇਹ ਚੱਲ ਰਿਹਾ ਹੈ, ਕੋਈ ਸਰਕਾਰ ਨੇ ਤੁਹਾਨੂੰ ਕੋਈ ਮੁਆਵਜ਼ਾ ਜਾਂ ਕੋਰਟ ਵੱਲੋਂ ਜਾਂ ਕੁਝ ਇਸ ਤਰ੍ਹਾਂ ਦਾ ਉਹਨਾਂ ਨੂੰ ਕੋਈ ਸਜ਼ਾ ਮਿਲੀ ਹੋਵੇ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਤੁਸੀਂ। हाँ जी। तो पहले हमने हांसी, वहाँ पे कोर्ट है हमारे डिस्ट्रिक्ट हिसार में, वहाँ पे हमने केस किया था और वहाँ पे वो विदाउट एनी पनिशमेंट उन्हें बरी कर दिया गया। उसके बाद हिसार हमने वहाँ पे केस अप्लाई किया, तो वहाँ सिर्फ उन्हें 2 इयर्स की पनिशमेंट हुई, 2016 से 18 तक। एंड ऑफ कोर्स वी वर नॉट सेटिस्फाइड। ऑब्वियसली उस चीज़ का अब कुछ नहीं हो सकता, बट ਉਹ ਸਿਰਫ ਉਹਨਾਂ ਨੂੰ सिर्फ 2 साल ਦੀ ਸਜ਼ਾ ਮਿਲੀ ਤੇ 2 साल ਦੀ सज़ा ਕੱਟ के आज़ाद हो गए। हाँ जी। अभी वो विलेज में ही हैं, कुछ लोग हैं जो उनके साथ अभी भी कांटेक्ट में रहते हैं। तो वी जस्ट वांटेड दैट कि उनको ऐसा पनिशमेंट मिले कि आगे ऐसा कोई हमारे आसपास के एरिया में कोई करने की सोचे ना। उसके बाद हमने इधर हरियाणा पंजाब हाई कोर्ट में केस अपील डाली थी 2018 में। तो 2020 तक हमारी वहाँ पे डेट्स लगी, लेकिन उसके बाद आज तक वो केस पेंडिंग में है। हम अपने लॉयर से कांटेक्ट कर रहे हैं, वो एप्लीकेशन डाल रहे हैं, बट अभी तक तो उसका कुछ इफेक्ट है नहीं और वी डिडंट रिसीव एनी नोटिफिकेशन। ਤੇ ਕੋਈ ਸਰਕਾਰ ਵੱਲੋਂ ਕੋਈ ਮੋਨੇਟਰੀ ਕੋਈ ਪੈਸੇ ਦੀ ਸਹਾਇਤਾ ਕਿ ਚਲੋ ਕੋਈ ਕੀਤੀ ਗਈ ਹੋਵੇ ਹਾਈ ਕੋਰਟ ਵੱਲੋਂ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਤੁਹਾਨੂੰ ਦਿੱਤਾ ਗਿਆ होवे? हाँ जी, खट्टर जो हमारे सीएम थे, फॉर्मर हरियाणा सीएम के, मिस्टर खट्टर, तो उन्होंने हमें 3 लाख मुआवजा दिया था। और ਕਾਨੂੰਨ ਵਿੱਚ ਜਿਵੇਂ ਤੁਹਾਡਾ ਉਹ ਕੇਸ ਚੱਲਦਾ ਨੂੰ 2 ਸਾਲ ਦੀ ਸਜ਼ਾ ਹੋ ਗਈ, ਉਸ ਵਿੱਚ ਤੁਹਾਨੂੰ ਕੋਈ ਉਹ ਦਿੱਤਾ ਨਹੀਂ ਗਿਆ ਕੋਈ ਪੈਸਾ ਜਾਂ ਕਿਸੇ ਕਿਸਮ ਦਾ ਕੋਈ ਵੀ ਮੁਆਵਜ਼ਾ ਉਧਰੋਂ ਨਹੀਂ ਤੁਹਾਨੂੰ ਕੋਈ ਵੀ ਮਿਲਿਆ? नहीं। ਤੇ ਜਿਹੜਾ ਤੁਹਾਨੂੰ 3 ਲੱਖ ਰੁਪਇਆ ਇਹ ਤੁਹਾਨੂੰ ਜਿਹੜੇ ਤੋਂ ਹਰਿਆਣਾ ਦੇ ਸੀਐਮ ਸੀਗੇ ਖੱਟੜ, ਉਹਨਾਂ ਨੇ ਤੁਹਾਨੂੰ 3 ਲੱਖ ਰੁਪਇਆ ਦਿੱਤਾ? हाँ जी। ओके। काफ़ी शायद ये सवाल मैंने नहीं पूछना चाहिए, बट जिंदगी तो कोई शिकायत? अभी कोई शिकायत नहीं है मैम। आई एम वेरी हैप्पी इन माई लाइफ, एंड इसके अलावा कुछ मैं कर भी नहीं सकती। आई डोंट हैव एनी ऑप्शन। कंप्लेंट करके कुछ नहीं होगा, एंड बस मेरा यही सोचना है कि हमें हमेशा पॉजिटिव रहना चाहिए। शायद मुझसे कोई ऐसी बुरी स्टोरीज़ होंगी जो मेरे से ज़्यादा बुरी हालत में होंगी, या कुछ लोग ऐसे होंगे जिनके साथ ऐसा हुआ होगा और उन्हें ऐसे सपोर्टिव पेरेंट्स नहीं मिले होंगे, तो वो शायद मुझसे ज़्यादा बुरी हालत में होंगे। सो आई एम जस्ट थैंकफुल एंड ग्रेटफुल टू गॉड एंड माई पेरेंट्स एज़ वेल, जो उन्होंने मुझे फैसिलिटीज़ प्रोवाइड की, एंड आज मैं आप सभी के समक्ष यहाँ बैठ के बात कर पा रही हूँ। मैं ਤੁਹਾਨੂੰ ਦੇਖ ਰਹੀ ਹਾਂ ਕਾਫੀ ਇੰਨਾ ਆਤਮ ਵਿਸ਼ਵਾਸ, ਇੰਨੀ ਪੋਜ਼ਿਟਿਵ ਸੋਚ, ਇੰਨਾ ਹੌਸਲਾ ਸ਼ਾਇਦ ਹੀ ਮੈਨੂੰ ਲੱਗਦਾ ਮੈਂ ਆਪਣੀ ਇੰਨੇ ਸਾਲ ਦੀ ਉਮਰ ਵਿੱਚ ਕਿਸੇ ਇਨਸਾਨ ਵਿੱਚ ਦੇਖਿਆ ਹੋਵੇ। ਐਂਡ ਤੁਹਾਡੇ ਵਰਗੇ ਬੱਚੇ ਆਪਾਂ ਜਿਵੇਂ ਕਹਿੰਦੇ ਆ ਕਿ ਚੇਂਜ ਮੇਕਰਸ, ਐਕਚੁਅਲ ਵਿੱਚ ਸਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਲੜਕੀਆਂ ਹੀ ਸਮਾਜ ਵਿੱਚ ਚੇਂਜ ਮੇਕਰਸ ਨੇ, ਜੋ ਕਿ ਹਰ ਰੋਜ਼ ਦੀ ਜੱਦੋ ਜਹਿਦ ਦੇ ਬਾਵਜੂਦ ਵੀ ਇੱਕ ਚੀਜ਼ ਜਿਹਦੇ ਨਾਲ ਤੁਸੀਂ ਹਮੇਸ਼ਾ ਹੀ ਰਹਿਣਾ ਹੈ, ਹਮੇਸ਼ਾ ਹੀ ਜਿਉਣਾ ਹੈ, ਤੇ ਆਪਣੀ ਸ਼ਾਇਦ ਜਿਹੜੀ ਆਉਣ ਵਾਲੀ ਤੁਹਾਡੀ ਅਗਲੀ ਉਮਰ ਹੈ ਸ਼ਾਇਦ ਉਹ ਵੀ ਤੁਸੀਂ ਇਸੇ ਨਾਲ ਹੀ ਜਿਉਣੀ ਹੈ, ਬਟ ਸਟਿਲ ਯੂ ਆਰ ਸਮਾਈਲਿੰਗ। ਐਂਡ ਤੁਹਾਡੇ ਚਿਹਰੇ 'ਤੇ ਉਹ ਹੈ ਕਿ ਠੀਕ ਹੈ ਜੋ ਮੇਰੇ ਨਾਲ ਜ਼ਿੰਦਗੀ ਨੇ ਕਰਤਾ, ਠੀਕ ਹੈ ਹੋ ਗਿਆ, ਇੰਨੇ ਸਾਲ ਹੋ ਗਏ, ਬਟ ਅੱਜ ਦੀ ਘੜੀ ਮੈਂ ਖੁਸ਼ ਹਾਂ। ਸਾਡਾ ਇਹ ਤੇਜ਼ਾਬ ਰਹਿਤ ਐਪੀਸੋਡ ਕਰਨ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਸਮਾਜ ਨੂੰ ਸੁਚੇਤ ਕਰ ਸਕੀਏ। ਤੇਜ਼ਾਬ ਸਿਰਫ ਇਨਸਾਨ ਦੇ ਚਿਹਰੇ ਉੱਪਰ ਨਹੀਂ, ਉਸ ਦੀ ਸੋਚ, ਉਸ ਦੇ ਆਤਮ ਵਿਸ਼ਵਾਸ ਉੱਪਰ ਪੈ ਜਾਂਦਾ ਹੈ। ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਬਿਲਕੁਲ 3 ਸਾਲ ਦੀ ਮਾਸੂਮ ਬੱਚੀ, ਇਹ ਤਾਂ ਚਲੋ ਸਾਡੀ ਅੱਖਾਂ ਸਾਹਮਣੇ ਆ, ਨਾ ਜਾਣੇ ਕਿੰਨੀਆਂ ਲੱਖਾਂ ਬੱਚੀਆਂ, ਕਿੰਨੀਆਂ ਲੱਖਾਂ ਔਰਤਾਂ ਦੇ ਉੱਪਰ ਤੇਜ਼ਾਬ ਪਾਇਆ ਜਾਂਦਾ ਹੈ। ਕਿ 21ਵੀਂ ਸਦੀ ਵਿੱਚ ਵੀ ਇਨਸਾਨ ਵਿੱਚ ਇੰਨੀ ਸਹਿਣਸ਼ੀਲਤਾ ਘਟ ਚੁੱਕੀ ਹੈ
ਕਿ ਇਨਸਾਨ ਇੰਨਾ ਜਾਨਵਰ ਬਣ ਚੁੱਕਿਆ ਹੈ ਕਿ ਸਿਰਫ ਇੱਕ ਆਪਣੀ ਛੋਟੀ ਜਿਹੀ ਜ਼ਿੱਦ ਲਈ, ਸਿਰਫ ਇੱਕ ਆਪਣੀ ਛੋਟੀ ਜਿਹੀ ਅਣਖ ਲਈ, ਸਿਰਫ ਇੱਕ ਆਪਣੇ 2 ਮਿੰਟ ਦੇ ਗੁੱਸੇ ਨੂੰ ਕਾਬੂ ਕਰਨ ਲਈ ਉਹ ਕਿਸੇ ਮਾਸੂਮ ਦੀ ਜ਼ਿੰਦਗੀ ਕਿਸ ਤਰ੍ਹਾਂ ਖਰਾਬ ਕਰ ਸਕਦਾ ਹੈ। ਇਸ ਐਪੀਸੋਡ ਰਾਹੀਂ ਅਸੀਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਕਿੰਨੇ ਲੱਖਾਂ ਕੇਸ ਨੇ ਜਿਹੜੇ ਕਿ ਰਿਪੋਰਟ ਨਹੀਂ ਕੀਤੇ ਜਾਂਦੇ। ਜ਼ਿੰਦਗੀ ਲੈਣਾ, ਜ਼ਿੰਦਗੀ ਦੇਣਾ, ਬਾਣੀ ਵਿੱਚ ਵੀ ਲਿਖਿਆ ਗਿਆ ਹੈ ਕਿ ਸਿਰਫ ਪਰਮਾਤਮਾ ਦੇ ਹੱਥ ਵਿੱਚ ਹੈ। ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਕਿਸੇ ਦੀ ਜ਼ਿੰਦਗੀ ਲੈਣ ਦਾ ਤੇ ਕਿਸੇ ਦੀ ਵੀ ਜ਼ਿੰਦਗੀ ਬਰਬਾਦ ਕਰਨ ਦਾ। ਆਪਾਂ ਉਸ ਸਮਾਜ ਦਾ ਹਿੱਸਾ ਹਾਂ ਜਿੱਥੇ ਕਿ ਜਦੋਂ ਵੀ ਕੁਝ ਗਲਤ ਹੁੰਦਾ ਤਾਂ ਉਹਨੂੰ ਛੁਪਾਇਆ ਜਾਂਦਾ ਹੈ ਕਿ ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ, ਸਾਡੀ ਬਦਨਾਮੀ ਹੋਊ। ਤੇ ਜਦੋਂ ਵੀ ਕੁਝ ਚੰਗਾ ਹੁੰਦਾ ਹੈ ਉਹਨੂੰ ਆਪਾਂ ਥੋੜ੍ਹਾ ਜਿਹਾ ਘੱਟ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਕਾਫੀ ਮੈਂ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਟੂਡੀਓ ਵਿੱਚ ਆਏ ਅਤੇ ਆਪਣੀ ਇਹ ਜੋ ਤੁਹਾਡੀ ਸੰਘਰਸ਼ ਭਰੀ ਤਾਂ ਹੁਣ ਮੈਂ ਨਹੀਂ ਕਹਿ ਸਕਦੀ, ਬਹੁਤ ਹੀ ਜ਼ਿਆਦਾ ਪ੍ਰੇਰਿਤ ਕਰਨ ਵਾਲਾ ਜੋ ਤੁਹਾਡਾ ਜੀਵਨ ਰਿਹਾ। ਅਤੇ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਤੁਹਾਡੀਆਂ ਇੱਛਾਵਾਂ ਨੇ, ਜੋ ਵੀ ਤੁਹਾਡੇ ਸੁਪਨੇ ਨੇ ਜਾਂ ਜੋ ਵੀ ਤੁਸੀਂ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਹੋ ਤੁਸੀਂ ਕਾਮਯਾਬ ਹੋਵੋਗੇ। ਐਂਡ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਜੇ ਕੋਈ ਸੁਨੇਹਾ ਲਾਣਾ ਚਾਹੁੰਦੇ ਹੋ ਜੋ ਤੁਹਾਨੂੰ देख रहे ने। बहुत बहुत शुक्रिया मैम, आपने जो मुझे अवसर दिया। और मैं बस कुछ पंक्तियाँ कहना चाहूँगी हाँ जी, जो अभी मेरे दिमाग में आई। अगर किसी के भी कुछ भी प्रॉब्लम चल रही है लाइफ में, ये ज़िंदगी बेहद हसीन है, इसे प्यार करो। अगर अभी रात है तो सुबह का इंतज़ार करो। आएगा वो पल भी जिसकी ख्वाहिश है तुम्हें, बस वक्त पर रखो भरोसा और रब का एतबार करो। सो इट्स जस्ट माई मैसेज, बी हैप्पी ऑलवेज। एंड अभी अगर आपकी लाइफ में अंधेरा है तो डेफिनेटली भगवान ने आपके लिए कुछ और सोच के रखा है। एंड थैंक यू सो मच। नहीं काफ़ी वी आर थैंकफुल टू यू। देखो 16 ਸਾਲ ਦੀ ਉਮਰ ਵਿੱਚ ਵੀ ਇੰਨੀ ਪੋਜ਼ਿਟਿਵਿਟੀ, ਇੱਕ ਤਜਰਬਾ ਆਪਣੇ ਪਿੱਛੇ ਲੈਣਾ ਕਿ ਹਾਂ ਜ਼ਿੰਦਗੀ ਸੰਘਰਸ਼ ਹੈ ਅਤੇ ਮੈਂ ਤਿਆਰ ਹਾਂ ਸੰਘਰਸ਼ ਕਰਨ ਲਈ। ਆਪਾਂ ਆਮ ਕਰਕੇ ਅਖਬਾਰਾਂ ਵਿੱਚ ਖਬਰਾਂ ਵਿੱਚ ਸੁਣਦੇ ਹਾਂ ਕਿ ਅੱਜ ਕੱਲ੍ਹ ਦੇ ਜੋ ਵਿਦਿਆਰਥੀ ਨੇ, ਯਾਨੀ ਕਿ ਚਾਹੇ ਕੈਫੀ ਦੀ ਉਮਰ ਦੇ ਨੇ, IIT ਦਾ ਪੇਪਰ ਨਹੀਂ ਕਲੀਅਰ ਹੋਇਆ, ਸੁਸਾਈਡ ਕਰ ਲਿਆ, ਪੇਪਰ 'ਚੋਂ ਨੰਬਰ ਘੱਟ ਆ ਗਏ, ਸੁਸਾਈਡ ਕਰ ਲਿਆ, ਆਪਣੀ ਇੱਛਾ ਦੀ ਕੋਈ ਚੀਜ਼ ਨਹੀਂ ਮਿਲੀ, ਸੁਸਾਈਡ ਕਰ ਲਿਆ। ਅਤੇ ਆਪਣੇ ਸਾਹਮਣੇ ਇੱਕ ਅਜਿਹੀ ਬੱਚੀ ਹੈ ਜਿਹਨੇ ਜ਼ਿੰਦਗੀ ਦੀ ਇੰਨੀਆਂ ਔਖਾਈਆਂ ਕੱਟਣ ਦੇ ਬਾਵਜੂਦ ਵੀ ਇਹ ਸੁਨੇਹਾ ਦੇ ਰਹੀ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨੋ। ਸੋ ਇਹ ਆਪਣੇ ਸਮਾਜ ਦੇ ਰੀਅਲ ਚੇਂਜ ਮੇਕਰਸ ਨੇ। ਦੀਜ਼ ਆਰ ਦ ਐਕਚੁਅਲ ਚੇਂਜ ਮੇਕਰਸ ਆਫ ਦ ਸੁਸਾਇਟੀ। ਸੋ ਅੱਜ ਇਸ ਐਪੀਸੋਡ ਨੂੰ ਖ਼ਤਮ ਕਰਦੇ ਇੱਕ ਸੁਨੇਹਾ ਮੇਰੇ ਸਾਰੇ ਦਰਸ਼ਕਾਂ ਨੂੰ ਅਸੀਂ ਜ਼ਰੂਰ ਲਾਉਣਾ ਚਾਹਾਂਗੇ ਕਿ ਸੰਘਰਸ਼ ਕਰਨਾ ਹੀ ਜ਼ਿੰਦਗੀ ਦਾ ਸਹੀ ਮਕਸਦ ਹੈ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਨਰਿੰਦਰ ਸਿੰਘ ਕਪੂਰ ਜੀ ਦੀ, ਕਿ ਜਦੋਂ ਵੀ ਤੁਹਾਨੂੰ ਜ਼ਿੰਦਗੀ ਵਿੱਚ ਲੱਗੇ ਕਿ ਮੈਂ ਦੁਖੀ ਹਾਂ, ਮੈਂ ਪਰੇਸ਼ਾਨ ਹਾਂ ਜਾਂ ਮੇਰੀ ਕੋਈ ਇੱਛਾ ਨਹੀਂ ਪੂਰੀ ਹੋਈ, ਉਹ ਕਿਹੜਾ ਦੁੱਖ ਸੀ, ਉਹ ਕਿਹੜਾ ਕਸ਼ਟ ਸੀ ਅਤੇ ਉਹ ਕਿਹੜੀ ਪੀੜਾ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਹੰਢਾਈ। ਕੀ ਆਪਣੇ ਦੁੱਖ, ਆਪਣੇ ਕਸ਼ਟ, ਆਪਣੀ ਪੀੜਾ ਉਹਨਾਂ ਤੋਂ ਜ਼ਿਆਦਾ ਹੈ? ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹ ਚੀਜ਼ ਕਹਿਣਾ ਚਾਹੂੰਗੀ ਕਿ ਕਾਫੀ ਵਰਗੇ ਬੱਚੇ ਆਪਣੇ ਸਮਾਜ ਲਈ ਇੱਕ ਮਿਸਾਲ ਨੇ ਅਤੇ ਆਪਾਂ ਸਮਾਜ ਵਿੱਚੋਂ ਜਿਨ੍ਹਾਂ ਲੋਕਾਂ ਨੇ ਇਹ ਕਰੂਰਤਾ ਭਰਿਆ ਕੰਮ ਕੀਤਾ ਹੈ, ਇਹੋ ਜਿਹੇ ਲੋਕਾਂ ਦੀ ਆਪਾਂ ਪਛਾਣ ਕਰੀਏ ਤਾਂ ਜੋ ਕਾਫੀ ਵਰਗੇ ਬੱਚੇ ਹੋਰ ਨਾ ਇਸ ਸਮਾਜ ਵਿੱਚ ਹੋਣ ਅਤੇ ਬਿਲਕੁਲ ਇੱਕ ਆਮ ਬੱਚਿਆਂ ਵਾਂਗ ਸੁਖਾਲੀ ਜ਼ਿੰਦਗੀ ਜੀ ਸਕਣ। ਧੰਨਵਾਦ।